ਹਿੰਦੂ ਸੁਭਾਅ ਤੋਂ ਹੀ ਕੁਦਰਤੀ ਦੇਸ਼ ਪ੍ਰੇਮੀ ਹੁੰਦੇ ਹਨ। ਦੇਸ਼ ਪ੍ਰਤੀ ਇਮਾਨਦਾਰ ਹੁੰਦੇ ਹਨ। ਹਿੰਦੂਆਂ ਦੀ ਦੇਸ਼ ਭਗਤੀ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਆਰਐਸਐਸ ਮੁਖੀ ਮੋਹਨ ਭਾਗਵਤ ਉੱਤਰ ਪ੍ਰਦੇਸ਼ ਦੇ ਬੰਦਾਯੂ ਵਿੱਚ ਮੰਦਰ ਵਿੱਚ ਮੱਥਾ ਟੇਕਣ ਗਈ ਇੱਕ ਮਜਬੂਰ ਔਰਤ ਨਾਲ ਜਬਰ ਜਨਾਹ ਕਰ ਅਣਮਨੁੱਖੀ ਤਸ਼ੱਦਦ ਕਰਨ ਦੇ ਇਲਜ਼ਾਮਾਂ 'ਚ ਘਿਰੇ ਮੰਦਰ ਦੇ ਪੁਜਾਰੀ ਬਾਰੇ ਕੀ ਕਹਿਣਗੇ। ਉਹ ਵੀ ਹਿੰਦੂ ਹੈ, ਪਰ ਪੁਜਾਰੀ ਸਮੇਤ 2-3 ਗੁੰਡਿਆਂ ਨੇ ਜੋ ਹੈਵਾਨੀਅਤ ਆਸਥਾ ਦੇ ਕੇਂਦਰ ਇੱਕ ਮੰਦਰ ਵਿੱਚ ਵਰਤਾਈ, ਉਹ ਸ਼ਰਮਨਾਕ ਹੈ ਕਿ ਇਹ ਯੋਗੀ ਦਾ ਰਾਮਰਾਜ ਹੈ। ਪੁੱਠੇ ਸਿੱਧੇ ਕਾਨੂੰਨ ਪਾਸ ਕਰ ਹਿੰਦੂ ਧਰਮ ਦਾ ਰੱਖਿਅਕ ਬਣਦਾ ਫਿਰਦਾ ਯੋਗੀ ਹੁਣ ਇਸ ਮਾਮਲੇ ਵਿੱਚ ਲੱਖ ਸਖਤ ਕਾਰਵਾਈ ਦੀ ਫੜ ਮਾਰ ਲਵੇ, ਪਰ ਇਸ ਮਾਮਲੇ ਨੇ ਯੋਗੀ ਦੇ ਰਾਮਰਾਜ ਦਾ ਜਨਾਜ਼ਾ ਕੱਢ ਦਿੱਤਾ ਹੈ। ਦਾ ਪ੍ਰਿੰਟ ਵਿੱਚ ਛਪੀ ਇਸ ਖਬਰ ਦੇ ਰੌਂਗਟੇ ਖੜੇ ਕਰ ਦਿੱਤੇ ਹਨ। ਇਸ ਖਬਰ ਵਿੱਚ ਲਿਖਿਆ ਹੈ, ਗਰਮ ਕੱਪੜਿਆਂ 'ਚ ਲਪੇਟੀ ਇੱਕ ਸ਼ਾਲ ਵਿੱਚ ਆਪਣਾ ਚਿਹਰਾ ਢੱਕੇ ਇੱਕ ਨੌਜਵਾਨ ਮਹਿਲਾ ਹੱਥ ਵਿੱਚ ਇੱਕ ਗੱਦਾ ਲਈ ਆਪਣੀ ਮਾਂ ਦੀ ਜ਼ਿੰਦਗੀ ਦੇ ਆਖਰੀ ਲਮਹਿਆਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫਿੱਕੇ ਪੈ ਗਏ ਬੈਂਗਣੀ ਰੰਗ ਦੇ ਗੱਦੇ ਤੇ ਸੁੱਕੇ ਹੋਏ ਖੂਨ ਦੇ ਵੱਡੇ ਧੱਬੇ ਨਜ਼ਰ ਆ ਰਹੇ ਹਨ, ਜਦੋਂ ਉਹ ਦੱਸ ਰਹੀ ਹੈ ਕਿ ਕਿਵੇਂ ਉਸ ਦੀ ਮਾਂ ਇੱਕ 50 ਵਰ੍ਹਿਆਂ ਦੀ ਆਂਗਣਵਾੜੀ ਵਰਕਰ ਐਤਵਾਰ ਰਾਤ ਪਰ ਖੂਨ ਵਹਿਣ ਦੀ ਹਾਲਤ ਵਿੱਚ ਇਸ ਤੇ ਪਈ ਰਹੀ ਅਤੇ ਘਰ ਵਿੱਚ ਜੋ ਯੂਪੀ ਦੇ ਬੰਦਾਯੂ ਜ਼ਿਲ੍ਹੇ ਦੇ ਕਿਓਲੀ ਪਿੰਡ 'ਚ ਹੈ। ਮਹਿਲਾ ਜੋ ਪੀੜਤਾ ਦੀ ਸਭ ਤੋਂ ਵੱਡੀ ਬੇਟੀ ਹੈ, ਕਹਿੰਦੀ ਹੈ ਕਿ ਸਾਡੇ ਸਾਹਮਣੇ ਵਾਲਾ ਕਮਰਾ ਪੂਰਾ ਮਾਂ ਦੇ ਖੂਨ ਨਾਲ ਭਰਿਆ ਹੋਇਆ ਹੈ। ਇਹ ਬਹੁਤ ਹੀ ਭਿਆਨਕ ਅਤੇ ਹਿਲਾ ਦੇਣ ਵਾਲੀਆਂ ਤਸਵੀਰਾਂ ਹਨ। ਇੱਕ ਆਂਗਣਵਾੜੀ ਵਰਕਰ, ਇੱਕ ਬੇਟੇ ਅਤੇ 4 ਬੇਟੀਆਂ ਦੀ ਮਾਂ ਦਾ ਕਥਿਤ ਰੂਪ ਨਾਲ ਇੱਕ ਪੁਜਾਰੀ ਅਤੇ ਉਸ ਦੇ 2 ਚੇਲਿਆਂ ਨੇ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਜਾਨਲੇਵਾ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜਦੋਂ ਉਹ ਐਤਵਾਰ ਸ਼ਾਮ ਆਪਣੀ ਮਾਂ ਨੂੰ ਪਿੰਡ ਮੈਵਾਲੀ ਤੋਂ ਬਦਾਊਂ ਦੇ 10 ਕਿਲੋਮੀਟਰ ਦੂਰ ਹੈ ਇੱਕ ਮੰਦਰ 'ਚ ਪੂਜਾ ਦੇ ਲਈ ਗਈ ਹੋਈ ਸੀ। ਉਸ ਦੇ ਪਰਿਵਾਰ ਦੇ ਮੁਤਾਬਕ ਉਸ ਦੇਰ ਰਾਤ ਜਦੋਂ ਕਥਿਤ ਹਮਲਾਵਰਾਂ ਨੇ ਉਸ ਨੂੰ ਘਰ ਛੱਡਿਆ, ਉਸ ਨੂੰ ਗੱਦੇ 'ਚ ਲਪੇਟਿਆ ਹੋਇਆ ਸੀ ਅਤੇ ਉਹ ਮੁਸ਼ਕਲ ਨਾਲ ਸਾਹ ਲੈ ਪਾ ਰਹੀ ਸੀ। ਉਸ ਦੇ ਕੱਪੜੇ ਅਸਤ-ਵਿਅਸਤ ਸਨ ਅਤੇ ਕਾਫੀ ਖੂਨ ਵਹਿ ਰਿਹਾ ਸੀ। ਕੁਝ ਦੇਰ ਬਾਅਦ ਹੀ ਉਹ ਚੱਲ ਵਸੀ। ਬੰਦਾਯੂ ਪੁਲਿਸ ਨੇ ਕਿਹਾ ਕਿ ਉਸ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਉਸ ਨੂੰ ਆਘਾਤ ਪਹੁੰਚਿਆ ਸੀ ਅਤੇ ਉਸ ਦੇ ਗੁਪਤਾਂਗ ਵੀ ਫਟੇ ਹੋਏ ਸਨ। ਉਹਨਾਂ ਨੇ ਕਿਹਾ ਕਿ ਕੀ ਉਸ ਦੀ ਮੌਤ ਜ਼ਿਆਦਾ ਖੂਨ ਬਹਿਣ ਨਾਲ ਹੋਈ ਸੀ ਅਤੇ ਉਸ ਤੇ ਜੋ ਹਮਲਾ ਹੋਇਆ ਸੀ ਉਸ ਵਿੱਚ ਉਹਨਾਂ ਨੂੰ ਚੋਟਾਂ ਆਉਣ ਤੋਂ ਇਲਾਵਾ ਉਸ ਦੀ ਪਸਲੀਆਂ ਅਤੇ ਟੰਗਾਂ ਵੀ ਟੁੱਟੀਆਂ ਹੋਈਆਂ ਸਨ। ਘਟਨਾ ਦੇ ਮੁੱਖ ਸ਼ੱਕੀ ਪੁਜਾਰੀ ਸਤਿਆ ਨਾਰਾਇਣ ਨੂੰ ਕਥਿਤ ਰੂਪ ਵਿੱਚ ਅਪਰਾਧ ਦੇ 4 ਦਿਨ ਬਾਅਦ ਵੀਰਵਾਰ ਨੂੰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਬੰਦਾਯੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਪ੍ਰਸ਼ਾਂਤ ਨੇ ਕਿਹਾ ਕਿ ਸਤਿਆ ਨਾਰਾਇਣ ਪਾਸ ਹੀ ਪਿੰਡ ਵਿੱਚ ਆਪਣੇ ਇੱਕ ਚੇਲੇ ਦੇ ਘਰ 'ਚ ਛੁਪਿਆ ਹੋਇਆ ਸੀ, ਜੋ ਅਗੈਤੀ ਪੁਲਿਸ ਥਾਣੇ ਦੇ ਅੰਤਰਗਤ ਆਉਂਦਾ ਹੈ। ਪੁਜਾਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵੇਂ ਚੇਲੇ ਵੇਦਰਾਮ ਅਤੇ ਜਸਪਾਲ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁਲਿਸ ਦੇ ਮੁਤਾਬਕ ਉਹਨਾਂ ਨੂੰ ਬਲਾਤਕਾਰ ਅਤੇ ਹਮਲੇ 'ਚ ਇਲਜ਼ਾਮਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ, ਪਰ ਉਹ ਇਨਕਾਰ ਕਰ ਰਹੇ ਹਨ। ਥਾਣਕ ਥਾਣਾ ਪ੍ਰਭਾਰੀ ਨੂੰ ਨਿਲੰਬਨ ਕਰ ਦਿੱਤਾ ਗਿਆ ਹੈ ਕਿਉਂਕਿ ਪਰਿਵਾਰ ਨੇ ਪਹਿਲੀ ਵਾਰ ਥਾਣੇ ਪਹੁੰਚਣ ਤੇ ਉਸਨੇ ਕਥਿਤ ਰੂਪ ਵਿੱਚ ਉਹਨਾਂ ਦੀ ਸ਼ਿਕਾਇਤ ਦੀ ਅਣਦੇਖੀ ਕੀਤੀ ਸੀ। ਕੇਸ ਦੀ ਤਫਤੀਸ਼ ਦੇ ਲਈ ਇੱਕ ਸਪੈਸ਼ਲ ਟਾਸਕ ਫੋਰਸ ਗਠਿਤ ਕੀਤੀ ਗਈ ਹੈ। 4 ਹੋਰ ਟੀਮਾਂ ਪੁਜਾਰੀ ਨੂੰ ਫੜਨ ਦੇ ਲਈ ਬਣਾਈਆਂ ਗਈਆਂ ਸਨ। ਪੁਲਿਸ ਨੇ ਮਾਮਲੇ ਦੀ ਗਹਿਰਾਈ 'ਚ ਜਾਣ ਦੇ ਨਾਲ ਹੀ ਪੁਜਾਰੀ ਦੇ ਬਾਰੇ ਵਿੱਚ ਕੁਝ ਗੰਭੀਰ ਸਵਾਲ ਸਾਹਮਣੇ ਆਏ ਹਨ ਅਤੇ ਔਰਤ ਦਾ ਪਰਿਵਾਰ ਤਥਾ ਪਿੰਡ ਦੇ ਕੁਝ ਹੋਰ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਉਹ ਕਾਲਾ ਜਾਦੂ ਕਰਦਾ ਸੀ ਅਤੇ ਔਰਤਾਂ ਤੇ ਬੁਰੀ ਨਿਗਾਹ ਰੱਖਣ ਦੇ ਲਈ ਵੀ ਜਾਣਿਆ ਜਾਂਦਾ ਸੀ। ਕਿਓਲੀ 'ਚ ਪੀੜਤਾ ਦਾ ਘਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲ ਭਰਿਆ ਪਿਆ ਹੈ। ਬੇਟੀ ਦੇ ਮੁਤਾਬਕ ਕੁਝ ਵੀ ਹੋ ਜਾਵੇ, ਉਸ ਦੀ ਮਾਂ ਆਪਣੀ ਰੋਜ਼ਾਨਾ ਦੀ ਪੂਜਾ ਹਮੇਸ਼ਾ ਕਰਦੀ ਸੀ। ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਪਤੀ ਦੇ ਬਿਮਾਰ ਰਹਿਣ ਦੀ ਵਜ੍ਹਾ ਨਾਲ ਪੀੜਤਾ ਵੱਧ ਉਤਸੁਕਤਾ ਦੇ ਨਾਲ ਪੂਜਾ ਪਾਠ ਕਰ ਰਹੀ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਅਕਸਰ ਮੰਦਰ ਜਾਂਦੀ ਸੀ ਅਤੇ ਉਹਨਾਂ ਤੇ ਕਥਿਤ ਰੂਪ ਵਿੱਚ ਹਮਲਾ ਹੋਇਆ ਹੈ, ਜੋ ਸਤਿਆ ਨਾਰਾਇਣ ਤੋਂ ਬਹੁਤ ਗਹਿਰਾਈ ਨਾਲ ਪ੍ਰਭਾਵਿਤ ਸੀ। ਉਹਨਾਂ ਨੇ ਦੱਸਿਆ ਕਿ ਐਤਵਾਰ ਨੂੰ ਸਵੇਰ ਤੋਂ ਪੁਜਾਰੀ ਮਹਿਲਾ ਨੂੰ ਫੋਨ ਕਰ ਰਿਹਾ ਸੀ, ਉਹਨੂੰ ਮੰਦਰ ਆਉਣ ਦੇ ਲਈ ਕਹਿ ਰਿਹਾ ਸੀ। ਪਰਿਵਾਰ ਨੇ ਕਿਹਾ ਕਿ ਸ਼ਾਮ ਦੇ ਸਮੇਂ ਉਹ ਮੈਵਾਲੀ ਦੇ ਲਈ ਨਿਕਲ ਗਈ, ਜਿੱਥੇ ਉਹਨਾਂ ਨੇ ਨਾ ਸਿਰਫ ਮੰਦਰ ਜਾਣਾ ਸੀ ਬਲਕਿ ਆਪਣੀ ਮਾਂ ਨੂੰ ਵੀ ਮਿਲਣਾ ਸੀ। ਉਹ ਆਖਰੀ ਵਾਰ ਸੀ ਜਦੋਂ ਉਹਨਾਂ ਨੇ ਆਪਣੀ ਮਾਂ ਨੂੰ ਆਪਣੇ ਪੈਰਾਂ ਤੇ ਚੱਲਦੇ ਹੋਇਆ ਦੇਖਿਆ ਸੀ। ਉਹਨਾਂ ਨੇ ਦੱਸਿਆ ਕਿ ਰਾਤ ਨੂੰ ਕਰੀਬ 11 ਵਜੇ 2 ਸ਼ੱਕੀਆਂ ਨੇ ਉਸ ਦੀ ਮਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਕਾਰ ਤੋਂ ਲਿਆ ਕੇ ਉਹਨਾਂ ਦੇ ਘਰ ਸੁੱਟ ਦਿੱਤਾ ਅਤੇ ਫੌਰਨ ਹੀ ਨਿਕਲ ਗਏ। ਪੀੜਤਾ ਦੀ ਬੇਟੀਆਂ ਨੇ ਦਾ ਪ੍ਰਿੰਟ ਨੂੰ ਦੱਸਿਆ ਕਿ ਉਹ ਘਰ ਪਹੁੰਚਿਆ ਤਾਂ ਸਿਰਫ ਅੰਸ਼ਿਕ ਰੂਪ ਨਾਲ ਉਹ ਢੱਕੀ ਹੋਈ ਸੀ। ਉਸ ਦੀ ਇੱਕ ਬੇਟੀ ਨੇ ਕਿਹਾ ਕਿ ਉਹ ਠੀਕ ਨਾਲ ਸਾਹ ਵੀ ਨਹੀਂ ਲੈ ਪਾ ਰਹੀ ਸੀ, ਉਸ ਵਿੱਚ ਕੋਈ ਜਾਨ ਹੀ ਨਹੀਂ ਬਚੀ ਸੀ। ਉਸ ਦੀ ਸਾੜੀ ਉਤਰੀ ਹੋਈ ਸੀ ਅਤੇ ਬਸ ਸਰੀਰ ਤੇ ਲਪੇਟੀ ਹੋਈ ਸੀ। ਉਹ ਸਿਰਫ ਆਪਣੇ ਬਲਾਊਜ਼ ਅਤੇ ਪੈਟੀਕੋਟ ਵਿੱਚ ਸੀ, ਜੋ ਖੂਨ ਨਾਲ ਲਾਲ ਹੋ ਚੁੱਕੇ ਸਨ। ਅਸੀਂ ਦੇਖਿਆ ਕਿ ਉਸ ਦੇ ਗੁਪਤਾਂਗ ਬਿਲਕੁਲ ਵਿਕਰਤ ਹਾਲਤ ਵਿੱਚ ਸਨ। ਜਦੋਂ ਉਸ ਬਾਰੇ 'ਚ ਦੱਸ ਰਹੀ ਸੀ ਤਾਂ ਉਸੇ ਦੌਰਾਨ ਬੇਟੀਆਂ 'ਚੋਂ ਇੱਕ ਨੇ ਇਹ ਦਿਖਾਉਣ ਦੇ ਲਈ ਇੱਕ ਗੱਦਾ ਉਠਾਇਆ। ਉਸ ਦਾ ਕਿੰਨਾ ਖੂਨ ਵਹਿਆ ਸੀ। ਗੱਦੇ ਨੂੰ ਪੁਲਿਸ ਬਤੌਰ ਸਬੂਤ ਲੈ ਕੇ ਨਹੀਂ ਗਈ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਗੱਦੇ ਦੇ ਬਾਰੇ 'ਚ ਕੁਝ ਮਾਲੂਮ ਹੀ ਨਹੀਂ। ਮਹਿਲਾ ਦੇ ਬੇਟੇ ਨੇ ਕਿਹਾ ਕਿ ਉਹ ਆਪਣੀਆਂ 2 ਛੋਟੀਆਂ ਭੈਣਾਂ ਦੇ ਨਾਲ ਘਰ ਤੇ ਇਕੱਲਾ ਸੀ ਜਦੋਂ ਉਸ ਦੀ ਮਾਂ ਨੂੰ
ਘਰ ਛੱਡਿਆ ਗਿਆ। ਉਸਨੇ ਅੱਗੇ ਕਿਹਾ ਕਿ ਉਸਦੇ ਪਿਤਾ ਕਿਸੇ ਰਿਸ਼ਤੇਦਾਰ ਦੇ ਇੱਥੇ ਗਏ ਹੋਏ ਨੇ। ਉਸਨੇ ਕਿਹਾ ਕਿ ਮੇਰੀ ਤਾਂ ਸਮਝ ਵਿੱਚ ਨਹੀਂ ਆਇਆ ਕਿ ਕੀ ਕਰਾਂ, ਇਸ ਲਈ ਮੈਂ ਆਪਣੀਆਂ ਵੱਡੀਆਂ ਭੈਣਾਂ ਦੇ ਪਹੁੰਚਣ ਦਾ ਇੰਤਜ਼ਾਰ ਕੀਤਾ ਅਤੇ ਅਗਲੀ ਸਵੇਰ ਪੁਲਿਸ ਥਾਣੇ ਗਏ। ਅਗੈਤੀ ਪੁਲਿਸ ਸਟੇਸ਼ਨ ਤੇ ਉਸਦੇ ਸਾਹਮਣੇ ਮੁਸ਼ਕਲ ਹੋਰ ਖੜੀ ਸੀ, ਕਿਉਂਕਿ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ਤੇ ਉਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਪਰਿਵਾਰ ਨੇ ਪੁਲਿਸ ਹੈਲਪਲਾਈਨ ਨੰਬਰ 112 ਤੇ ਕਾਲ ਕੀਤਾ ਤਾਂ ਜਾ ਕੇ ਪੁਲਿਸ ਸੋਮਵਾਰ ਦੁਪਹਿਰ 3 ਵਜੇ ਪੁਲਿਸ ਲਾਸ਼ ਨੂੰ ਲੈਣ ਦੇ ਲਈ ਘਰ ਪਹੁੰਚੀ। ਉਸ ਦੀ ਲਾਸ਼ ਦਾ ਪੋਸਟਮਾਰਟਮ ਮੰਗਲਵਾਰ ਨੂੰ ਕਰਵਾਇਆ ਗਿਆ। ਬੰਦਾਜੂ ਦੇ ਸੀਨੀਅਰ ਪੁਲਿਸ ਮੁਲਾਜ਼ਮ ਸੰਕਲਪ ਸ਼ਰਮਾ ਨੇ ਕਿਹਾ ਕਿ ਅਗੈਤੀ ਦੇ ਥਾਣਾ ਪ੍ਰਭਾਰੀ ਨੂੰ ਕੇਸ ਦੀ ਜ਼ਰੂਰਤ ਦੇ ਮੁਤਾਬਕ ਕੰਮ ਕਰਨ ਤੋਂ ਵਿਫਲਤਾ ਅਤੇ ਤੁਰੰਤ ਹੀ ਪੀੜਤਾਂ ਦੇ ਘਰ ਨਾ ਜਾਣ ਦੇ ਲਈ ਨਿਲੰਬਿਤ ਕਰ ਦਿੱਤਾ ਗਿਆ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਉਸ ਦੇ ਨਿਲੰਬਣ ਦੇ ਪਿੱਛੇ ਦਾ ਕਾਰਨ ਤੁਰੰਤ ਕਾਰਵਾਈ ਨਾ ਕਰਨਾ, ਉਸ ਨੂੰ ਲਾਸ਼ ਨੂੰ ਲਿਜਾਣ ਦੇ ਲਈ ਫੌਰਨ ਪੀੜਤਾਂ ਦੇ ਘਰ ਪਹੁੰਚਣ ਜਾਣਾ ਚਾਹੀਦਾ ਸੀ ਅਤੇ ਮੌਕੇ ਵਾਰਦਾਤ ਤੇ ਜਾਣਾ ਚਾਹੀਦਾ ਸੀ, ਪਰ ਕੁਝ ਅਜਿਹਾ ਨਹੀਂ ਕੀਤਾ ਗਿਆ। ਇਹ ਪੁੱਛੇ ਜਾਣ ਤੇ ਕਿ ਪੋਸਟਮਾਰਟਮ 'ਚ ਦੇਰੀ ਹੋਈ ਹੈ, ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਜਦੋਂ ਤੱਕ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਉਹਨਾਂ ਨੇ ਅੱਗੇ ਕਿਹਾ ਕਿ ਤੈਅਸ਼ੁਦਾ ਮਾਨਕ ਪ੍ਰਕਿਰਿਆ ਦੇ ਅਨੁਸਾਰ ਪੋਸਟਮਾਰਟਮ ਮੰਗਲਵਾਰ ਨੂੰ ਦਿਨ ਦੀ ਰੋਸ਼ਨੀ 'ਚ ਕੀਤਾ ਗਿਆ। ਆਟੋਪਸੀ ਰਿਪੋਰਟ 'ਚ ਪ੍ਰਥਮ ਦ੍ਰਿਸ਼ਟਾ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਬੰਦਾਜੂ 'ਚ ਪੁਲਿਸ ਨੇ ਕਿਹਾ ਕਿ ਮਹਿਲਾ ਦੇ ਪੂਰੇ ਬਦਨ ਤੇ ਖਰੋਚਾਂ ਦੇ ਨਿਸ਼ਾਨ ਨੇ। ਨਾਮ ਨਾ ਦੱਸਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਪੋਸਟਮਾਰਟਮ 'ਚ ਪਤਾ ਚੱਲਿਆ ਹੈ ਕਿ ਮਹਿਲਾ ਦੀ ਮੌਤ ਵੱਧ ਖੂਨ ਵਹਿਣ ਅਤੇ ਜ਼ਖਮਾਂ ਕਰਕੇ ਹੋਈ ਹੈ। ਉਹਨਾਂ ਨੇ ਕਿਹਾ ਕਿ ਗੁਪਤਾਂਗਾਂ ਸਮੇਤ ਮਹਿਲਾ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਬੁਰੀ ਤਰ੍ਹਾਂ ਹਮਲੇ ਕੀਤੇ ਗਏ ਨੇ, ਜਿਸ ਦੇ ਨਤੀਜੇ ਵਜੋਂ ਕਈ ਜਗ੍ਹਾ ਤੇ ਸਰੀਰ ਫਟ ਚੁੱਕਾ ਹੈ ਅਤੇ ਇੱਥੋਂ ਤੱਕ ਕਿ ਖੂਨ ਵਹਿੰਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਆਟੋਪਸੀ ਰਿਪੋਰਟ ਵਿੱਚ ਇਸ ਗੱਲ ਦੀ ਵੀ ਤਸਦੀਕ ਹੋਈ ਹੈ ਕਿ ਭਾਰੀਆਂ ਸੱਟਾਂ ਦੀ ਵਜ੍ਹਾ ਨਾਲ ਇੱਕ ਪਸਲੀ ਅਤੇ ਇੱਕ ਟੰਗ ਟੁੱਟ ਗਈ ਸੀ ਅਤੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਪੋਸਟਮਾਰਟਮ ਤੋਂ ਬਾਅਦ ਤਿੰਨਾਂ ਸ਼ੱਕੀਆਂ ਦੇ ਖਿਲਾਫ ਭਾਰਤੀ ਦੰਡਾਵਲੀ ਸਹਿਤਾ ਦੀ ਧਾਰਾ 376D ਸਮੂਹਕ ਬਲਾਤਕਾਰ ਅਤੇ 302 ਹੱਤਿਆ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਮਹਿਲਾ ਦੇ ਪਰਿਵਾਰ ਨੇ ਕਿਹਾ ਕਿ ਉਸ ਦੇ ਜ਼ਖਮਾਂ ਨੂੰ ਵੇਖਦਿਆਂ ਹੀ ਅੰਦਾਜ਼ਾ ਹੁੰਦਾ ਸੀ ਕਿ ਸ਼ੱਕੀਆਂ ਨੇ ਉਸ ਦੇ ਗੁਪਤਾਂਗਾਂ 'ਚ ਕਈ ਰਾੜ ਘੁਸਾਈ ਹੋਵੇਗੀ। ਐਸਐਸਪੀ ਸ਼ਰਮਾ ਨੇ ਇਸ ਦਾਅਵੇ ਦਾ ਖੰਡਨ ਕੀਤਾ ਹੈ, ਪਰ ਇਸ ਗੱਲ ਨੂੰ ਮੰਨਿਆ ਕਿ ਉਸ ਦੇ ਜ਼ਖਮਾਂ ਤੋਂ ਅੰਦਾਜ਼ਾ ਹੁੰਦਾ ਹੈ ਕਿ ਉਸ ਦੇ ਨਾਲ ਕਰੂਰਤਾ ਕੀਤੀ ਗਈ ਹੈ। ਡਾਕਟਰਾਂ ਨੂੰ ਉਸ ਦੇ ਗੁਪਤਾਂਗ ਅੰਦਰ ਫਟੇ ਹੋਏ ਮਿਲੇ ਸਨ। ਪਰਿਵਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸ਼ੱਕੀਆਂ ਨੂੰ ਫਾਸਟ ਟਰੈਕ ਮੁਕੱਦਮੇ ਦੇ ਬਾਅਦ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹ ਵੀ ਚਾਹੁੰਦੇ ਹਨ ਕਿ ਸਰਕਾਰ ਛੋਟੀਆਂ ਬੇਟੀਆਂ ਦੇ ਲਈ ਵਿੱਤੀ ਸਹਾਇਤਾ ਅਤੇ ਬੇਟੇ ਨੂੰ ਕੋਈ ਸਰਕਾਰੀ ਨੌਕਰੀ ਦੇਵੇ। ਘਟਨਾ ਵਿੱਚ ਇੱਕਦਮ ਪ੍ਰਭਾਵਿਤ ਪਰਿਵਾਰ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਨੂੰ ਸਾਰੀ ਉਮਰ ਭੈ ਦੇ ਸਾਏ 'ਚ ਬਿਤਾਣੀ ਹੋਵੇਗੀ। ਮਹਿਲਾ ਦੀ ਇੱਕ ਬੇਟੀ ਨੇ ਕਿਹਾ ਕਿ ਯੂਪੀ 'ਚ ਔਰਤਾਂ ਕਿਵੇਂ ਬਚਣਗੀਆਂ, ਅਸੀਂ ਕੰਮ ਨਹੀਂ ਕਰ ਸਕਦੀਆਂ, ਅਸੀਂ ਪੂਜਾ ਦੀ ਜਗ੍ਹਾ ਤੇ ਵੀ ਨਹੀਂ ਜਾ ਸਕਦੀਆਂ। ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ 3 ਸ਼ੱਕੀਆਂ ਤੇ ਪਹਿਲੀ ਵਾਰ ਸ਼ੱਕ ਉਦੋਂ ਹੋਇਆ ਜਦੋਂ ਉਹ ਬਿਨਾਂ ਕੁਝ ਕਹੇ ਉਸ ਦੀ ਮਾਂ ਨੂੰ ਛੱਡ ਕੇ ਚਲੇ ਗਏ ਅਤੇ ਹਸਪਤਾਲ ਲਿਜਾਣ ਦੀ ਬਜਾਏ ਉਹਨਾਂ ਨੂੰ ਘਰ ਲੈ ਕੇ ਆਏ। ਬੇਟੀ ਨੇ ਕਿਹਾ ਕਿ ਜੇਕਰ ਉਹਨਾਂ ਨੇ ਕੁਝ ਨਹੀਂ ਕੀਤਾ ਸੀ ਤਾਂ ਉਹਨਾਂ ਨੂੰ ਮਾਂ ਨੂੰ ਹਸਪਤਾਲ ਲੈ ਜਾਣਾ ਚਾਹੀਦਾ ਸੀ। ਉਹਨਾਂ ਨੇ ਸਾਡੇ ਪੂਰੀ ਤਰ੍ਹਾਂ ਦਰਵਾਜ਼ਾ ਖੋਲ੍ਹਣ ਦਾ ਇੰਤਜ਼ਾਰ ਵੀ ਨਹੀਂ ਕੀਤਾ ਅਤੇ ਨਿਕਲ ਗਏ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਦੀ ਛਾਣਬੀਨ ਵਿੱਚ ਪਤਾ ਚੱਲਿਆ ਹੈ ਕਿ ਅਭਿਯੁਕਤ ਐਤਵਾਰ ਰਾਤ ਮਹਿਲਾ ਨੂੰ ਸੰਭਲ ਜ਼ਿਲ੍ਹੇ ਦੇ ਚੰਦੌਸੀ 'ਚ ਕਿਸੇ ਨਿੱਜੀ ਹਸਪਤਾਲ ਲੈ ਗਏ ਹੋਣਗੇ, ਜਿਸ ਤੋਂ ਬਾਅਦ ਉਸ ਨੂੰ ਘਰ ਛੱਡ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੈਵਾਲੀ ਪਿੰਡ ਬੰਦਾਜੂ ਅਤੇ ਸੰਭਲ ਦੀ ਸਰਹੱਦ ਤੇ ਪੈਂਦਾ ਹੈ, ਇਸ ਲਈ ਉਸ ਨੂੰ ਉੱਥੇ ਲੈ ਗਏ ਹੋਣਗੇ, ਪਰ ਸਾਡੀ ਸ਼ੁਰੂਆਤੀ ਜਾਂਚ ਦੇ ਮੁਤਾਬਕ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਦੀ ਤਸਦੀਕ ਕਰਨ ਦੇ ਲਈ ਅਸੀਂ ਹਸਪਤਾਲ ਗੱਲ ਕਰਨ ਗਏ। ਇਸ ਦੀ ਜਾਂਚ ਵੀ ਕਰ ਰਹੇ ਹਾਂ ਕਿ ਜੇਕਰ ਹਸਪਤਾਲ ਲੈ ਕੇ ਗਏ ਤਾਂ ਸਾਨੂੰ ਸੂਚਿਤ ਕਰਨ 'ਚ ਸਮਾਨਿਆ ਪ੍ਰੋਟੋਕੋਲ ਦਾ ਪਾਲਣ ਕਿਉਂ ਨਹੀਂ ਕੀਤਾ ਗਿਆ। ਨਾਮ ਛਪਾਉਣ ਦਾ ਅਨੁਰੋਧ ਕਰਦੇ ਹੋਏ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਹਿਰਾਸਤ ਵਿੱਚ 2 ਸ਼ੱਕੀਆਂ ਨੇ ਦੱਸਿਆ ਹੈ ਕਿ ਅਪਰਾਧ ਵਾਲੇ ਦਿਨ ਪੁਜਾਰੀ ਨੇ ਉਹਨਾਂ ਨੂੰ ਫੋਨ ਕਰਕੇ ਇਹ ਕਹਿੰਦੇ ਹੋਏ ਮਦਦ ਦੇ ਲਈ ਬੁਲਾਇਆ ਸੀ ਕਿ ਇੱਕ ਮਹਿਲਾ ਮੰਦਿਰ ਪਰਿਸਰ 'ਚ ਸਥਿਤ ਇੱਕ ਸੁੱਕੇ ਖੂਹ ਵਿੱਚ ਡਿੱਗ ਗਈ ਹੈ। 27 ਫੁੱਟ ਗਹਿਰਾ ਖੂਹਾ ਇੱਕ ਜਰਜਰ ਕਮਰੇ ਦੇ ਅੰਦਰ ਹੈ, ਪਰ ਪੁਲਿਸ ਦੇ ਮੁਤਾਬਕ ਕਥਿਤ ਮੌਕੇ ਵਾਰਦਾਤ ਦੀ ਜਗ੍ਹਾ ਪੁਜਾਰੀ ਦਾ ਕਮਰਾ ਹੈ ਜੋ ਖੂਹ ਦੇ ਅੱਗੇ ਹੈ। ਮੰਗਲਵਾਰ ਨੂੰ FIR ਦਰਜ ਹੋ ਜਾਣ ਤੋਂ ਬਾਅਦ ਉੱਥੋਂ ਦੇ ਫੋਰੈਂਸਿਕ ਸਬੂਤ ਇਕੱਤਰ ਕੀਤੇ ਗਏ, ਜਿਨ੍ਹਾਂ ਵਿੱਚ ਸਵਾਬਸ ਵੀ ਸ਼ਾਮਿਲ ਸਨ। ਉੱਪਰ ਹਵਾਲਾ ਦਿੱਤੇ ਗਏ 2 ਅਗਿਆਤ ਪੁਲਿਸ ਮੁਲਾਜ਼ਮਾਂ ਚੋਂ ਇੱਕ ਨੇ ਕਿਹਾ ਕਿ ਉਹਨਾਂ ਨੂੰ ਪੁਜਾਰੀ ਦੀ ਚਾਰਪਾਈ ਤੇ ਮੰਦਿਰ ਪਰਿਸਰ ਵਿੱਚ ਅਤੇ ਖੂਹ ਦੇ ਆਸ-ਪਾਸ ਵੀ ਖੂਨ ਦੇ ਨਿਸ਼ਾਨ ਮਿਲੇ ਸਨ। ਮਹਿਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਸੋਮਵਾਰ ਸ਼ਾਮ 7 ਵਜੇ ਪਿੰਡ ਵਾਲਿਆਂ ਨੇ ਪੁਜਾਰੀ ਨੂੰ ਫੜ ਲਿਆ ਸੀ, ਪਰ ਕੁਝ ਸਹਾਇਕਾਂ ਦੀ ਮਦਦ ਨਾਲ ਉਹ ਭੱਜਣ 'ਚ ਕਾਮਯਾਬ ਹੋ ਗਿਆ ਅਤੇ ਉਸ ਨੂੰ ਆਖਿਰਕਾਰ ਵੀਰਵਾਰ ਰਾਤ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਦੀ ਤਲਾਸ਼ ਦੇ ਬਾਰੇ 'ਚ ਗੱਲ ਕਰਦੇ ਹੋਏ SSP ਕੁਮਾਰ ਨੇ ਕਿਹਾ
ਕਿ ਉਹਨਾਂ ਨੂੰ ਸਾਰੇ ਗਵਾਂਢੀ ਜ਼ਿਲ੍ਹਿਆਂ 'ਚ ਸਤਰਕ ਕਰ ਦਿੱਤਾ ਗਿਆ ਸੀ ਅਤੇ ਪੁਜਾਰੀ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਨੂੰ 50,000 ਰੁਪਏ ਦਾ ਪੁਰਸਕਾਰ ਐਲਾਨਿਆ ਗਿਆ ਸੀ। ਖੈਰ ਹੁਣ ਪੁਜਾਰੀ ਸਮੇਤ ਦੋਵੇਂ ਮੁਲਜ਼ਮ ਜਿਨ੍ਹਾਂ ਤੇ ਇਲਜ਼ਾਮ ਹਨ ਗ੍ਰਿਫਤਾਰ ਕਰ ਲਏ ਗਏ ਹਨ, ਪਰ ਇਹ ਮਾਮਲਾ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰ ਗਿਆ ਹੈ ਕਿ ਕੀ ਭਾਰਤ ਵਿੱਚ ਔਰਤਾਂ ਅੱਜ ਵੀ ਮਹਿਫੂਜ਼ ਨਹੀਂ ਹਨ? ਕੀ ਉਹ ਮੰਦਰਾਂ ਵਿੱਚ ਵੀ ਮਹਿਫੂਜ਼ ਨਹੀਂ? ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ, ਉਹ ਵੀ ਉਸ ਰਾਜ ਵਿੱਚ ਜਿਸ ਰਾਜ ਦਾ ਮੁੱਖ ਮੰਤਰੀ ਹਰ ਵੇਲੇ ਦਮ ਭਰਦਾ ਹੈ ਕਿ ਮੈਂ ਜ਼ੁਲਮ ਨੂੰ ਮੁਕਾ ਦਿੱਤਾ ਹੈ। ਪਰ ਕੀ ਇਹ ਜੋਗੀ ਦਾ ਰਾਮ ਰਾਜ ਹੈ ਕਿ ਇਸ ਵਿੱਚ ਇਸ ਤਰ੍ਹਾਂ ਔਰਤਾਂ ਨਾਲ ਮੰਦਰਾਂ ਵਿੱਚ ਪੁਜਾਰੀ ਹੀ ਬਲਾਤਕਾਰ ਕਰ ਰਹੇ ਹਨ? ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।